करतूत पशु की मानस जात, लोक पचारा कर दिन रात। बाहर भीख अंतर मल माया, छपस नाहि कछ करੈ छपाया। बाहर ज्ञान ध्यान स्नान, अंतर व्यापै लोभ सुआन। अंतर अगन बाहर तन सुआह, गल पाथर कैसे तरੈ अथाह। जाकै अंतर बसै प्रभ आप, नानक ते जन सहज समात। सुनंधा कैसे मार्ग पावै, कर गह लेह ओड़ निभावै। कहाँ बुझारत बूझै डोरा, निस्कैयै तौ समझै भोरा। कहाँ बिसन पद गावै गुंग, जतन करै तौ भी सुर भंग। कह पिंगल पर्वत पर भवन, नहीं होत ऊहाँ उस गवन। करतार करुणा मैं दीन बेनती करै, नानक तुमरी कृपा तरੈ। वाहिगुरु जी का खालसा, वाहिगुरु जी की फतेह। परम सन्मानयोग सत्संगी जनों, ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 266 267 ਅੰਕ 'ਤੇ ਸੁਸ਼ੋਭਿਤ ਅੱਜ ਦੇ ਬਚਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ। ਇਹ ਮੁਕੱਦਸ ਬਾਣੀ ਸੁਖਮਨੀ ਸਾਹਿਬ, ਜਿਸ ਬਾਣੀ ਦੀ ਅਸੀਂ ਚੌਥੀ ਅਸ਼ਟਪਦੀ ਵਿਚਾਰ ਰਹੇ ਹਾਂ। ਚੌਥੀ ਅਸ਼ਟਪਦੀ ਦੀ ਅਸੀਂ ਅੱਜ 2 ਪਦਿਆਂ ਦੀ ਹੁਕਮ ਰੂਪ ਦੇ ਵਿੱਚ ਬਾਣੀ ਰੂਪ ਵਿਚਾਰ ਕਰਨੀ ਹੈ ਜੀ। ਆਪ ਸੰਗਤ ਨੇ 5ਵੇਂ ਔਰ 6ਵੇਂ ਪਦੇ ਦੀ ਸ਼ਬਦ ਰੂਪ ਦੇ ਵਿੱਚ ਇਹ ਆਰੰਭਤਾ ਦੇ ਵਿੱਚ ਆਪ ਜੀ ਨੇ ਪਾਠ ਸਰਵਣ ਕੀਤਾ ਹੈ। 5ਵੇਂ ਪਦੇ ਦੀ ਆਰੰਭਤਾ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ। ਅਤੇ ਕੱਲ੍ਹ ਜਿੱਥੇ ਆਪਾਂ ਆਪਣੇ ਵਿਚਾਰਾਂ ਨੂੰ ਸੰਕੋਚਿਆ ਸੀ, ਸਾਹਿਬ ਜੀ ਨੇ ਇਹ ਹੁਕਮ ਕੀਤਾ ਸੀ, ਚੰਦਨ ਲੇਪ ਉਤਾਰੈ ਧੋਏ, ਗਰਧਬ ਪ੍ਰੀਤ ਭਸਮ ਸੰਗ ਹੋਏ। ਅੰਧਕੂਪ ਮਹਿ ਪਤਿਤ ਵਿਕਰਾਲ, ਨਾਨਕ ਕਾਢ ਲਿਹੋ ਪ੍ਰਭ ਦਇਆਲ। ਕੱਲ੍ਹ ਇਹ ਪੜ੍ਹਿਆ ਸੀ ਕਿ ਸਾਹਿਬ ਜੀ ਕਹਿੰਦੇ ਕਿ ਮਨੁੱਖੀ ਮਨ ਗਧੇ ਦੀ ਤਰ੍ਹਾਂ ਹੈ। ਜਿਸ ਤਰ੍ਹਾਂ ਗਧੇ ਦੇ ਉੱਤੇ ਚੰਦਨ ਦਾ ਲੇਪ ਵੀ ਕੀਤਾ ਜਾਏ। ਅਤੇ ਕੱਲ੍ਹ ਅਸੀਂ ਇਹ ਪਦਾ ਵੀ ਵਿਚਾਰਿਆ ਸੀ ਮਹਾਰਾਜ ਜੀ ਦੀ ਬਾਣੀ ਵਿੱਚੋਂ। ਸਾਹਿਬ ਜੀ ਕਹਿੰਦੇ ਚੋਰਾਂ ਜਾਰਾਂ ਰੰਡੀਆਂ ਕੁੱਟੜੀਆਂ ਦੀ ਬਾਣ, ਵੇ ਦੀਨਾ ਕੀ ਦੋਸਤੀ ਵੇ ਦੀਨਾ ਕਾ ਖਾਣ। ਸਿਫਤੀ ਸਾਰ ਨਾ ਜਾਣਨੀ, ਕਹਿੰਦੇ ਉਹਨਾਂ ਨੂੰ ਸਿਫਤ ਸਲਾਹ ਦੀ ਬਿਲਕੁਲ ਵੀ ਪ੍ਰਤੀਤ ਨਹੀਂ ਹੁੰਦੀ। ਸਿਫਤੀ ਸਾਰ ਨਾ ਜਾਣਨੀ ਸਦਾ ਵਸੈ ਸ਼ੈਤਾਨ, ਉਹਨਾਂ ਦੇ ਮਨ ਦੇ ਅੰਦਰ ਸਦਾ ਹੀ ਸ਼ੈਤਾਨ ਵਸਦਾ ਹੈ। ਉਹ ਹਾਲ ਇਸ ਤਰ੍ਹਾਂ ਹੁੰਦਾ ਹੈ, ਕਹਿੰਦੇ ਜਿਸ ਤਰ੍ਹਾਂ ਗਧਹੋਂ ਚੰਦਨ ਖੌਲੀਐ, ਭੀ ਸਾਹੂ ਸਿਉ ਪਾਣ। ਕਹਿੰਦੇ ਜੇ ਗਧੇ ਦੇ ਉੱਤੇ ਚੰਦਨ ਦਾ ਲੇਪ ਵੀ ਮਲ ਦਿੱਤਾ ਜਾਏ ਤਾਂ ਵੀ ਉਹਨੇ ਆਪਣੇ ਪਿੰਡੇ ਉੱਤੇ ਉਸ ਚੰਦਨ ਦੇ ਲੇਪਣੇ ਦੀ ਪਰਵਾਹ ਕੀਤੇ ਬਿਨਾਂ ਆਪਣੇ ਆਪ ਨੂੰ ਖਾਕ ਦੇ ਸਪੁਰਦੀ ਕਰਨਾ, ਆਪਣੇ ਪਿੰਡੇ 'ਤੇ ਖਾਕ ਹੀ ਮਲਣੀ ਹੈ। ਜਿਹੜਾ ਪਾਪੀ ਮਨ ਹੈ, ਭਾਵੇਂ ਉਹ ਘੜੀ ਭਰ ਸੰਗਤ ਕਰਕੇ ਬਾਣੀ ਦੀ ਚੰਦਨ ਰੂਪੀ ਖੁਸ਼ਬੂ, ਚੰਦਨ ਰੂਪੀ ਠੰਡਕ 'ਤੇ ਮਲ ਲੇਗਾ, ਪਰ ਫਿਰ ਉਹ ਸਵਾਹ ਦੇ ਵਿੱਚ ਪਾਪਾਂ ਦੇ ਵਿੱਚ ਗਰਕ ਹੋ ਜਾਏਗਾ। ਸੋ ਆਓ ਸਤਿਗੁਰੂ ਜੀ ਹੁਣ ਅਗਲੇ ਪਦੇ ਦੇ ਵਿੱਚ ਉੱਥੋਂ ਹੀ ਲੜੀ ਸ਼ੁਰੂ ਕਰ ਰਿਹਾ ਹੈ, ਜਿਹੜੀ ਲੜੀ ਅਸੀਂ ਗਧੇ 'ਤੇ ਛੱਡੀ ਸੀ, ਕਿਉਂਕਿ ਬਾਣੀ ਦਾ ਇਹ ਬਹੁਤ ਕੀਮਤੀ ਬਚਨ ਹੈ। ਨਾਨਕ ਸੇ ਨਰ ਅਸਲ ਖਰ, ਖਰ ਕਹਿੰਦੇ ਖੋਤੇ ਨੂੰ, ਉਹ ਅਸਲ ਦੇ ਵਿੱਚ ਖੋਤਾ ਹੀ ਹੈ। ਪ੍ਰਭੂ ਜੀ ਸਾਨੂੰ ਕਹਿ ਰਹੇ ਨੇ ਅਸੀਂ ਸੱਚੀ ਮੁੱਚੀ ਖੋਤੇ ਹਾਂ। ਨਾਨਕ ਸੇ ਨਰ ਅਸਲ ਖਰ, ਜੇ ਬਿਨ ਗੁਣ ਗਰਭ ਕਰੰਤ। ਜੇ ਗੁਣਾਂ ਤੋਂ ਬਿਨਾਂ ਹੀ ਫੁੱਲੇ ਫਿਰਦੇ ਨੇ, ਅਹੰਕਾਰ ਕਰੀ ਫਿਰਦੇ ਨੇ, ਅਤੇ ਸਤਿਗੁਰੂ ਜੀ ਫਿਰ ਕੋਈ ਵੀ ਸ਼ੰਕਾ ਨਹੀਂ ਰੱਖਦੇ। ਸਤਿਗੁਰੂ ਜੀ ਕਹਿੰਦੇ ਆ ਤੁਸੀਂ ਪਸ਼ੂ ਨਹੀਂ, ਸੱਚੀ ਮੁੱਚੀ ਅਸੀਂ ਪਸ਼ੂ ਵਾਲੇ ਕੰਮ ਕਰਦੇ ਹਾਂ। ਅਸੀਂ ਮਨੁੱਖ ਨਹੀਂ, ਅਸੀਂ ਪਸ਼ੂ ਵਾਲੇ ਕੰਮ ਕਰਕੇ ਪਸ਼ੂ ਹੀ ਹੈਗੇ ਹਾਂ। ਅਸਲ ਰੂਪ ਦੇ ਵਿੱਚ ਅਸੀਂ ਖੋਤੇ ਹਾਂ। ਸਰੀਰ ਭਾਵੇਂ ਮਨੁੱਖਾਂ ਵਾਲੇ ਨੇ, ਪਰ ਬਿਰਤੀ ਖੋਤੇ ਵਾਲੀ ਹੈ, ਕਿਉਂਕਿ ਬਿਨਾਂ ਗੁਣਾਂ ਤੋਂ, ਬਿਨਾਂ ਪ੍ਰਭੂ ਦੇ ਗੁਣਾਂ ਤੋਂ ਅਸੀਂ ਗਰਭ ਕਰਦੇ ਹਾਂ। ਅੱਜ ਦਾ ਜਿਹੜਾ ਪਦਾ ਸ਼ੁਰੂ ਹੋ ਰਿਹਾ ਉਸੀ ਲੜੀ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰਦੇ ਨੇ ਜੀ। ਅਸੀਸ ਬਖਸ਼ੋ, ਸਾਰੇ ਮਨੋਬਿਰਤੀਆਂ ਇਕਾਗਰ ਕਰਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ।
करतूत पशु की मानस जात, लोक पचारा करे दिन रात। पशु, पशु का मतलब मनुख वाली बिरती नहीं, पशु वाली बिरती है खाना पीना हसना सौना, विसर गया है मरना। पशु बिरती दे विच सतगुरु जी कहते हैं कुछ भी नहीं चेता रहिंदा इंसान नूं। पशु बिरती खाण नूं सौण नूं ते बस अपने भोगां नूं भोग के इत्थों चला जांदा है। ते सतगुरु जी कहते जिहड़ा मनुख चंगे गुणां नूं भाव अपनी जिंदगी दे मनोरथ नूं जाण ही नहीं सकिया सारी जिंदगी कि मैं इत्थे करन की आया, सतगुरु जी कहते फिर करतूत पशु की मानस जात। हैगे असीं मनुखा जात कहाउण वाले हां पर करतूत सिर्फ पशुआं वाली है। तो फिर सतगुरु जी कहते करिए की, कहते एक तो बाणी दे विच सतगुरु जी ने कहा जिन्ना चिर तक मन के अंदरों पशु नहीं मरदा, कहते उन्ना चिर तक ये जिहड़ा जीवन है ये लाहेबंद नहीं हुंदा। पर जिस दिन मनुख के अंदरों पशु मर जाए तो फिर ये मनुख इत्थे कई काज सवार सकता है। पशु की ये बिरती हुंदी है कामनावां दे विच गर्क हुंदा है। पशु की बिरती खूंखार हुंदी है। कई बारी जद उहदे सिर दे उत्ते खूंखारता सवार हो जाए तो फिर वो अपने ते बेगाने की भी परवाह नहीं करता। बाणी दे विच कई तरह के फरमान ने, जे कुत्ता पालतू है, जे उही कुत्ता हड़किया जाए तो मालक नूं भी पै सकदा है। इसी रूप दे विच जे एक हाथी पालदा है बंदा, हाथी महावत पालदा है, जिन्ना चिर तक वो अंकुश दे थल्ले है उन्ना चिर तक वो हाथी काबू है। जद वो हाथी मदमस्त हो गया नशे दे विच, उन्होंने अपनी ताकत का एहसास होया तो फिर सब कुछ गर्क करके रख दिंदा है। इसी तरह सप का जिक्र है गुरु ग्रंथ साहब जी की बाणी दे विच, कहंदे जे सप नूं दुध भी पिलाईए तां भी सप का जिहड़ा सुभाਅ है उन्हें डंक मारना ही मारना है। असी जे सैकड़े उदाहरण दे विचों लै लीए पशुआं दे, तो सतगुरु जी कहंदे है मनुखी जिहड़ी करतूत है वो पशुआं वाली है। जे कोई भला भी करे तो उन्होंने भी सप की तरह ये मनुख डंक मारन वास्ते कदी भी गुरेज नहीं करता। साहिब जी कहंदे इस करके साडा मन लब कुत्ता कूड़ चूड़ा ठग कादा मुरदार, कहंदे साडा मन कुत्ते की तरह लोभ दे विच फस चुका है। लब कुत्ता कूड़ छुड़ा ठग खादा मुरदार, पर निंदा पर मलमुख सुधी, अगन क्रोध चंडाल, रसकस आप सलाहुणे ए कर्म मेरे करतार। साडा हाल यह है कि जिस तरह एक पशु सिर्फ और सिर्फ अपने ढिड भरन तक सीमित होंदा है, उन्होंने होर किसी की परवाह नहीं होंदी, मनुख की भी जिहड़ी अंदर की बिरती है वो अपने ढिड भरन तक सीमित रह गई है, उन्होंने दूसरे की कोई परवाह नहीं है। साहिब जी कहते पर यह बिरती दुनिया दे विच होर मनुखां दे विच ते कबूल हो सकती है, पर गुरु अर्जन साहब जी दे सिखां दे विच जां गुरु नानक साहब नूं अपना मुरशद मनण वाला कोई भी इस बिरती नूं जे अपनाएगा फिर गुरु की खुशी नहीं प्राप्त करेगा। सो सतगुरु जी ये कहंदे मनुख की जिहड़ी अंदर की करतूत है वो पशुआं वाली है। महाराज जी का फरमान है नरू मरै नर कामना आवै, पशु मरै दस काज सवारै। जिहड़ा असीं शब्द पढ़दे हां अपने कर्म की गत मैं क्या जानो, मैं क्या जानो बाबा रे, मैनू मेरे कर्मां दा की पता, मेरा रब ही जानदा कि मेरे कर्म पशु वाले ने या मनुख वाले ने। पर सतगुरु जी कहंदे नरू मरै नर कामना आवै, जे मनुख दे अंदरों इंसानियत मर जाए, इनू क्या नरू मरै, नर दे अंदर दा नरू नर दे अंदर दी इंसानियत मर जाए, कहंदे फिर वो अपने बुजुर्ग माँ प्यो नूं भी घरों बाहर सुट देंदी है। वो इंसानियत किसी काम की नहीं, वो पशु बिरती है। इस करके सतगुरु जी कहंदे जे इहदे अंदरों इंसानियत मर गई तो कोई नहीं सवार सकता इहदा कुछ, ना वो अपना सवारेगा ना किसी का। पर जे मनुख दे अंदरों पशु बिरती मर जाए, इनू क्या नरू मरै नर कामना आवै, पशु मरै दस काज सवारै। जे अंदर दा पशु मर जाए तो साहिब जी कहंदे है ये 10 काज सवार सकती है बिरती। इस करके साहिब जी कहंदे मनुखां दी हालत है करतूत पशु की मानस जात, लोक पचारा करै दिन रात। लोक पचारा का मतलब है साडे बारे लोग की सोच रहे ने, असी लोकां नूं खुश कर लीए, असी उन्होंने खुश कर लीए, उन्हां विच साडी नक रह जाए। मनुख की ये वाली बिरती पशु वाली है, मनुख वाली नहीं है। जे एक सिख ये परवाह करन लग जाएगा कि मेरा गुरु की कहंदा मैं उस मार्ग ते चलना है, मेरे आले दुआले दे लोग की कह रहे हैं मैं उन्हां दी नहीं परवाह करनी, तो सतगुरु जी कहंदे तां उहदी जिंदगी बहुत सुखाली हो जाएगी। पर साडा ये एहसास है जो असी अंदरों हाँ वो दुनिया तो लुकाई फिरदे हाँ, पर जो असी सच्ची मुच्ची नहीं हाँ वो दुनिया नूं दिखाई फिरदे हाँ। समझो इस गल नूं, मनुख जो अंदरों है
ਉਹ ਸਭ ਤੋਂ ਛੁਪਾਈ ਫਿਰਦਾ, ਪਰ ਜੋ ਅਸਲ ਦੇ ਵਿੱਚ ਨਹੀਂ ਹੈ ਉਹਦਾ ਪ੍ਰਚਾਰ ਕਰਦਾ, ਉਹਦਾ ਪ੍ਰਚਾਰ ਲੈ ਜੀ ਮੈਂ ਤੇ ਇਵੇਂ ਆ, ਮੁਖ ਤੋਂ ਬੋਲ ਬੋਲ ਕੇ। ਸਾਹਿਬ ਜੀ ਇਹੀ ਦੱਸ ਰਿਹਾ, ਅੰਦਰੋਂ ਪਸ਼ੂ ਆ ਪਰ ਬਾਹਰ ਅਸੀਂ ਕੀ ਕੁਛ ਪ੍ਰਚਾਰ ਕਰ ਰਹੇ ਹਾਂ ਕਿ ਸਾਡੇ ਵਰਗਾ ਕੋਈ ਗਿਆਨੀ ਧਿਆਨੀ ਨਹੀਂ, ਸਾਡੇ ਵਰਗਾ ਕੋਈ ਧਰਮੀ ਨਹੀਂ। ਪਰ ਸਤਿਗੁਰੂ ਜੀ ਕਹਿੰਦੇ ਹੈ ਇਹ ਬਹੁਤਾ ਚਿਰ ਰਹਿਣ ਵਾਲਾ ਨਹੀਂ ਹੈ। ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾਹੀਂ ਕਛ ਕਰੈ ਛਪਾਇਆ। ਇਹਨੂੰ ਨਾ ਹੀ ਨਹੀਂ ਪੜ੍ਹਨਾ, ਇਹਨੂੰ ਨਾ ਹੀ ਪੜ੍ਹਨਾ, ਹਾਹੇ ਨੂੰ ਸਿਹਾਰੀ ਹੈ ਛੋਟੀ ਈ ਦੀ ਮਾਤਰਾ। ਬਾਹਰ ਭੇਖ, ਬਾਹਰੋਂ ਅਸੀਂ ਗਿਆਨ ਧਿਆਨ ਦਾ ਭੇਖ ਧਾਰ ਲਿਆ, ਗੱਲਾਂ ਬਾਤਾਂ ਸਾਨੂੰ ਮੁਖ ਤੇ ਆ ਗਈਆਂ, ਪਰ ਅੰਤਰ ਮਲ ਮਾਇਆ, ਸਾਡੇ ਅੰਤਰ ਮੈਲ ਹੈ, ਮਲ ਹੈ ਤੇ ਮਾਇਆ ਦਾ ਪ੍ਰਭਾਵ ਹੈ। ਤੇ ਸਤਿਗੁਰੂ ਜੀ ਕਹਿੰਦੇ ਛਪਸ ਨਾਹੀਂ ਕਛ ਕਰੈ ਛਪਾਇਆ। ਕਹਿੰਦੇ ਕਿੰਨਾ ਕੁ ਚਿਰ ਜੇ ਅੰਦਰ ਕੂੜਾ ਹੋਏ, ਕੂੜੇ ਨੂੰ ਤੁਸੀਂ ਬੇਸ਼ਕੀਮਤੀ ਕੱਪੜੇ ਸ਼ਮਿਆਨਿਆਂ ਦੇ ਨਾਲ ਢੱਕ ਦਿਓ, ਉਹ ਕਿੰਨਾ ਕੁ ਚਿਰ ਤੱਕ ਉਹਦੀ ਮੁਸ਼ਕ ਲੁਕੀ ਰਹੇਗੀ ਜਾਂ ਦੱਬੀ ਰਹੇਗੀ। ਕੂੜੇ ਦੀ ਕਰਕਟ ਦੀ ਮੁਸ਼ਕ, ਮਲੀਨਤਾ ਦੀ ਮੁਸ਼ਕ ਨਿਕਲ ਕੇ ਆ ਜਾਏਗੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਫਰਮਾਨ ਬੜਾ ਕੀਮਤੀ ਆਸਾ ਕੀ ਵਾਰ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜੋ ਜੀ ਹੋਏ ਸੋ ਉਗਵੈ, ਮੂੰਹ ਕਾ ਕਹਿਆ ਵਾਓ। ਕਹਿੰਦੇ ਜੋ ਕੁਛ ਅੰਦਰ ਹੈ ਨਾ, ਕਹਿੰਦੇ ਕਿੰਨੇ ਕੁ ਦਿਨ ਬੰਦਾ ਰੋਕ ਲੇਗਾ, ਇੱਕ ਦਿਨ ਇਹ ਬਾਹਰ ਨਿਕਲ ਹੀ ਆਏਗਾ। ਜੇ ਅੰਦਰ ਸੱਚ ਹੈ ਤੇ ਉਹ ਵੀ ਲੁਕਿਆ ਨਹੀਂ ਰਹਿ ਸਕਦਾ, ਉਹ ਵੀ ਪ੍ਰਗਟ ਹੋ ਜਾਏਗਾ। ਜੇ ਅੰਦਰ ਮਲ ਹੈ, ਮਾਇਆ ਹੈ, ਝੂਠ ਹੈ, ਪ੍ਰੇਮ ਹੈ, ਅੰਦਰ ਮਲੀਨਤਾ ਹੈ, ਕੂੜ ਹੈ, ਉਹ ਵੀ ਲੁਕਿਆ ਨਹੀਂ ਰਹੇਗਾ। ਜੋ ਜੀ ਹੋਏ ਸੋ ਉਗਵੈ, ਜੋ ਅੰਦਰ ਹੋਏਗਾ ਉਹਨੇ ਉਗਲਣਾ ਹੀ ਹੈ ਮਨੁੱਖ ਨੇ। ਮੂੰਹ ਕਾ ਕਹਿਆ ਵਾਓ, ਜੇ ਅੰਦਰ ਕੂੜ ਹੋਏਗਾ ਉਹ ਬਸ ਮੂੰਹ ਦੇ ਵਿੱਚੋਂ ਜਿਵੇਂ ਹਵਾ ਨਿਕਲ ਰਹੀ ਹੈ ਇਹ ਨਿਕਲ ਜਾਏਗੀ। ਜੇ ਬੰਦਾ ਅੰਦਰੋਂ ਕੂੜ ਹੈ, ਜੇ ਮੈਂ ਕੂੜ ਹਾਂ, ਜੇ ਮੈਂ ਝੂਠਾਂ, ਜੇ ਮੈਂ ਇੱਥੇ ਬੈਠ ਕੇ ਸਾਰੀ ਸੰਗਤ ਨੂੰ ਉਪਦੇਸ਼ ਕਰ ਰਿਹਾ ਕਿ ਸੰਗਤ ਜੀ ਇਉਂ ਕਰੋ ਇਉਂ ਨਾ ਕਰੋ, ਫਿਰ ਸੱਚੀ ਮੁੱਚੀ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਬੋਲਿਆ ਹੋਇਆ ਇਸ ਤਰ੍ਹਾਂ ਹੋਏਗਾ ਜਿਸ ਤਰ੍ਹਾਂ ਮੂੰਹ ਤੋਂ ਨਿਕਲੀ ਹੋਈ ਹਵਾ। ਇਹ ਹਵਾ ਇਨਸਾਨ ਦੇ ਕੰਨ ਵਿੱਚੋਂ ਵੜੇਗੀ ਤੇ ਦੂਸਰੇ ਕੰਨ 'ਚੋਂ ਨਿਕਲ ਜਾਏਗੀ, ਕਿਉਂਕਿ ਆਪਣੇ ਅੰਦਰ ਜੀਵਨ ਨਹੀਂ ਹੋਏ ਤੇ ਕਿਸੇ ਦੇ ਜੀਵਨ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਹੈ ਨੈਵਰ ਟਰਾਈ ਟੂ ਕਨਵਿੰਸ ਅਦਰ ਇੰਸਟੈਡ ਆਫ ਮੇਕਿੰਗ ਯੂਰ ਸੈਲਫ more better, more practical way of life. Adopt the practical of way of life is to be a Sikh, is to be a right way to being a Sikh of Guru Sahib. ਪਰ ਕਿਸੇ ਨੂੰ ਕਹਿ ਕੇ ਸਤਿਗੁਰੂ ਜੀ ਕਹਿੰਦੇ ਕੁਝ ਨਹੀਂ ਸਵਾਰ ਸਕਦੇ। ਇਹਨੂੰ ਹੀ ਕਿਹਾ ਬਾਹਰ ਭੇਖ ਅੰਤਰ ਮਲ ਮਾਇਆ, ਛਪਸ ਨਾ ਹੈ ਕਛ ਕਰੈ ਛਪਾਇਆ। ਉਹ ਛਪਿਆ ਨਹੀਂ ਰਹਿ ਸਕਦਾ, ਉਹ ਪ੍ਰਗਟ ਹੋ ਜਾਏਗਾ ਜੀ। ਬਾਹਰ ਗਿਆਨ ਧਿਆਨ ਇਸਨਾਨ, ਅੰਤਰ ਵਿਆਪੈ ਲੋਭ ਸਵਾਨ। ਬਾਹਰੋਂ ਬਹੁਤ ਗਿਆਨ ਧਿਆਨ ਦੀਆਂ ਅਤੇ ਇਸ਼ਨਾਨ ਦੀਆਂ, ਤੀਰਥ ਇਸ਼ਨਾਨਾਂ ਦੀਆਂ ਮੈਂ ਗੱਲਾਂ ਕਰਾਂ, ਪਰ ਜੇ ਮੇਰੇ ਅੰਦਰ ਲਾਲਚ ਕੰਮ ਕਰ ਰਿਹਾ ਹੋਏ ਕਿ ਮੈਂ ਲਾਲਚ ਵਸ ਕੋਈ ਕੰਮ ਕਰ ਰਿਹਾ, ਅੰਤਰ ਵਿਆਪੈ ਲੋਭ ਸਵਾਨ, ਅਤੇ ਸਤਿਗੁਰੂ ਜੀ ਕਹਿੰਦੇ ਆ ਫਿਰ ਕਰਤੂਤ ਪਸ਼ੂ ਕੀ ਮਾਨਸ ਜਾਤੀ ਹੈ। ਫਿਰ ਜਿਹੜੀ ਰਾਹੋਂ ਦੀ ਤੁਕਾਂ ਦੇ ਵਿੱਚ ਅਸੀਂ ਪੜ੍ਹ ਕੇ ਆਏ ਹਾਂ ਭਗਤ ਜਨਾ ਕੈ ਮਨ ਵਿਸ਼ਰਾਮ, ਜੇ ਅੰਦਰ ਕੁੱਤਾ ਭੌਂਕ ਰਿਹਾ ਮਨ ਦੇ ਵਿੱਚ ਤੇ ਇਹ ਚਿੱਤ ਕਦੀ ਵੀ ਵਿਸ਼ਰਾਮ ਦੇ ਵਿੱਚ ਨਹੀਂ ਆ ਸਕਦਾ। ਅੰਦਰੋਂ ਜਿੰਨਾ ਚਿਰ ਤੱਕ ਅੰਦਰ ਲੋਭ ਦਾ ਕੁੱਤਾ ਸ਼ਾਂਤ ਨਹੀਂ ਹੋਏਗਾ, ਇਹ ਕੀਤਾ ਹੋਇਆ ਗਿਆਨ, ਇਹ ਬਾਹਰ ਦਾ ਧਿਆਨ ਤੇ ਇਸ਼ਨਾਨ ਸਿਰਫ ਔਰ ਸਿਰਫ ਹਾਥੀ ਦਾ ਨਵਾਉਣਾ ਹੀ ਹੈ, ਜਿਉਂ ਕੁੰਚਰ ਇਸ਼ਨਾਨ ਹੀ ਹੈ। ਅੱਜ ਮਹਾਵਤ ਨੇ ਕੁੰਚਰ ਨੂੰ ਛੱਪੜ ਵਿੱਚ ਨਵਾਇਆ ਹੈ ਤੇ ਕੁੰਚਰ ਹਾਥੀ ਦਾ ਸੁਭਾਅ ਹੈ। ਛੱਪੜ ਤੋਂ ਬਾਹਰ ਨਿਕਲਦਿਆਂ ਹੀ ਸੂੰਡ ਦੇ ਵਿੱਚ ਚਿੱਕੜ ਭਰ ਕੇ ਹਾਥੀ ਨੇ ਆਪਣੇ ਸਿਰ ਤੇ ਸੁੱਟ ਲੈਣਾ। ਸਾਡਾ ਇਹ ਹਾਲ ਹੋਏਗਾ ਜੇ ਅੰਦਰ ਕੂੜ ਹੈ, ਅੰਦਰ ਲੋਭ ਸਵਾਨ ਹੈ। ਲੱਭ ਕੁੱਤਾ ਕੂੜ ਚੁੜਾ ਠੱਗ ਖਾਦਾ ਮੁਰਦਾਰ। ਕੁੱਤੇ ਨੂੰ ਲੋਭੀ ਇਸ ਲਈ ਕਿਹਾ ਆਪਣੇ ਮੂੰਹ ਦੇ ਵਿੱਚ ਹੱਡੀ ਹੋਏ, ਪਰ ਆਪਣਾ ਹੀ ਪਰਛਾਵਾਂ ਜੇ ਕੁੱਤਾ ਪਾਣੀ ਵਿੱਚ ਦੇਖ ਲੇ ਤੇ ਉਸ ਆਪਣੇ ਪਰਛਾਵੇਂ ਵਿੱਚ ਦਿਖਦੀ ਹੋਈ ਹੱਡੀ ਵੱਲ ਜ਼ਿਆਦਾ ਉਹ ਅਟਰੈਕਟ ਹੋਏਗਾ ਕਿ ਉਹਦੇ ਮੂੰਹ 'ਚ ਕੀ ਹੈ, ਜਦ ਕਿ ਉਹਨੂੰ ਨਹੀਂ ਪਤਾ ਉਹ ਉਹਦਾ ਹੀ ਪਰਛਾਵਾਂ ਹੈ ਤੇ ਆਪਣੇ ਮੂੰਹ ਦੇ ਵਿੱਚੋਂ ਵੀ ਹੱਡੀ ਗਵਾ ਬੈਠਦਾ। ਦੂਸਰਾ ਜਿਹੜਾ ਲੋਭ ਹੈ ਕੁੱਤੇ ਦਾ, ਉਹ ਇਹ ਸੁਭਾਅ ਹੈ ਕਿ ਉਹ ਹੱਡੀ ਨੂੰ ਚਿੱਥਦਾ ਰਹਿੰਦਾ ਤੇ ਉਹਨੂੰ ਲੱਗਦਾ ਕਿ ਹੱਡੀ ਵਿੱਚੋਂ ਸਵਾਦ ਆ ਰਿਹਾ, ਪਰ ਉਹ ਆਪਣਾ ਲਹੂ ਪੀਂਦਾ। ਸੱਚੀ ਮੁੱਚੀ ਲੋਭ ਮਨੁੱਖ ਨੂੰ ਇੰਨਾ ਗਰਕ ਕਰ ਦਿੰਦਾ ਕਿ ਸੱਚੀ ਮੁੱਚੀ ਲੋਭ ਆਪਣੇ ਹੀ ਲਹੂ ਨੂੰ ਚੂਸਣਾ ਸ਼ੁਰੂ ਕਰ ਦਿੰਦਾ। ਸਮਝਿਓ, ਆਪਣਾ ਲਹੂ ਚੂਸਣਾ ਦਾ ਮਤਲਬ ਇਹ ਹੈ ਕਿ ਜਿਸ ਮਾਤਾ ਦੇ ਉਦਰ ਵਿੱਚੋਂ ਪੈਦਾ ਹੋਇਆ, ਜਿਸ ਪਿਤਾ ਨੇ ਪਾਲਿਆ, ਭਾਵ ਆਪਣਾ ਲਹੂ, ਉਹ ਆਪਣੇ ਲਹੂ ਨੂੰ ਵੀ ਚੂਸਣ ਵਾਸਤੇ ਉਹ ਕਦੀ ਗੁਰੇਜ਼ ਨਹੀਂ ਕਰੇਗਾ। ਜਦ ਉਹਦੇ ਸਿਰ ਤੇ ਲੋਭ ਚੜ ਜਾਏਗਾ, ਉਹ ਲੋਭ ਦੇ ਵਸ ਹੋ ਕੇ ਆਪਣੇ ਮਾਂ ਪਿਓ ਨੂੰ ਵੀ ਘਰੋਂ ਬਾਹਰ ਕੱਢ ਦੇਗਾ। ਇਹ ਹੈ ਲੱਭ ਕੁੱਤਾ। ਸਾਹਿਬ ਜੀ ਕਹਿੰਦੇ ਬਾਹਰੋਂ ਗਿਆਨ ਧਿਆਨ ਤੇ ਇਸ਼ਨਾਨ ਦਾ ਕੀ ਫਾਇਦਾ? ਅੰਤਰ ਵਿਆਪੈ ਲੋਭ ਸੁਆਨ,
ਕਹਿੰਦੇ ਅੰਦਰ ਜੇ ਕੁੱਤੇ ਵਾਲਾ ਸੁਭਾਅ ਡਾਢਾ ਹੈ ਜੀ। ਅੰਤਰ ਅਗਨ ਬਾਹਰ ਤਨ ਸਵਾਹਾ, ਗਲ ਪਾਥਰ ਕੈਸੇ ਤਰੈ ਅਥਾ। ਅੰਤਰ ਅਗਣੀ ਹੈ ਤੇ ਬਾਹਰ ਪਿੰਡੇ ਉੱਤੇ ਸਵਾਹ ਮਾਲੀ ਹੈ। ਪਿਛੇ ਦਿਨਾਂ ਦੇ ਵਿੱਚ ਗੁਰੂ ਸਾਹਿਬ ਦੇ ਦਰਬਾਰ ਦੀ ਸਾਖੀ ਸਾਂਝੀ ਕੀਤੀ ਸੀ। ਇੱਕ ਜੋਗੀ ਭੁਯੰਗਮ ਸਾਧੂ ਗੁਰੂ ਸਾਹਿਬ ਦੇ ਦਰਬਾਰ 'ਚ ਆ ਕੇ ਬਹਿ ਗਿਆ। ਉਹਨੇ ਸਾਰੇ ਪਿੰਡੇ ਤੇ ਸਿਰ ਤੋਂ ਲੈ ਕੇ ਪੈਰਾਂ ਤੱਕ ਵਿਭੂਤੀ ਮਲੀ ਹੋਈ ਸੀ, ਸਵਾਹ ਮਲੀ ਹੋਈ ਸੀ। ਤੇ ਇੱਕ ਸਿੱਖ ਨੇ ਵੇਖਿਆ ਕਿ ਕਮਾਲ ਹੈ ਕਿ ਗੁਰੂ ਸਾਹਿਬ ਦੇ ਦਰਬਾਰ 'ਚ ਆਇਆ, ਵਿੱਚੇ ਆ ਕੇ ਬਹਿ ਗਿਆ ਆਪਣੇ ਆਪ ਨੂੰ ਦਿਖਾਉਣ ਵਾਸਤੇ। ਹੁਣ ਸਿੱਖ ਨੂੰ ਪਤਾ ਸੀ ਕਿ ਇਹ ਸਵਾਹ ਹੈ ਨਹੀਂ ਮਲੀ। ਉਹਨੇ ਉਹਦੇ ਢਿੱਡ ਦੇ ਵਿੱਚ ਉਂਗਲ ਜਾ ਕੇ ਮਾਰੀ। ਕਹਿੰਦੇ ਤੇਰਾ ਨਾਮ ਕੀ ਹੈ? ਕਹਿੰਦਾ ਮੇਰਾ ਨਾਮ ਸੀਤਲ ਦਾਸ ਹੈ। ਕਹਿੰਦੇ ਅੱਛਾ ਠੀਕ ਹੈ। ਉਹ ਫਿਰ ਘੜੀ ਮੁੜੀ ਆ ਕੇ ਉਹਦੇ ਢਿੱਡ ਦੇ ਵਿੱਚ ਉਂਗਲ ਮਾਰ ਕੇ ਕਹੇ ਤੇਰਾ ਨਾਮ ਕਿਆ ਹੈ? ਉਹ ਜਿਹੜਾ ਵਿਭੂਤੀ ਵਾਲਾ ਸਾਹ ਸੀ ਉਹ ਫਿਰ ਗੁੱਸੇ ਨਾਲ ਕਹਿੰਦਾ ਮੇਰਾ ਨਾਮ ਸੀਤਲ ਦਾਸ ਹੈ। ਤੀਜੀ ਉਂਗਲ ਫਿਰ ਮਾਰੀ। ਕਹਿੰਦੇ ਤੇਰਾ ਨਾਮ ਕਿਆ ਹੈ? ਉਹਨੇ ਫਿਰ ਵੱਟ ਕੇ ਚਪੇੜ ਮਾਰੀ ਉਸ ਸਾਧੂ ਨੇ। ਉਹਨੇ ਵੱਟ ਕੇ ਕਿਹਾ, ਕਹਿੰਦਾ ਮੇਰਾ ਨਾਮ ਸੀਤਲ ਦਾਸ ਹੈ। तो फिर उस शेख ने कहा वाह 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 वाह, नाम तो शीतलदास रखवाते हो पर अंदर से आग ही उगलाते हो। कहते मैं सोचता सी पिंडे ते राख ते मलीए पर अग कित्थे है, अग तो बिना ते राख आउंदी नहीं बाहर। ਇਹਦਾ मतलब अग अंदर ਲਈ ਫਿਰਦਾ ਤੇ ਬਾਹਰ ਪਿੰਡੇ ਤੇ ਤੂੰ ਸਵਾਹ ਮਲ ਕੇ ਦੁਨੀਆ ਨੂੰ ਪਾਗਲ ਬਣਾ ਰਿਹਾ। ਇਹਨੂੰ ਸਾਹਿਬ ਜੀ ਕਹਿੰਦੇ ਹੈ ਕਿ ਜੇ ਬਾਹਰ ਅਸੀਂ ਕਿਸੇ ਰੂਪ ਦੇ ਵਿੱਚ ਭੇਖ ਧਾਰੀਏ ਪਰ ਅੰਦਰ ਜੇ ਅਗਨੀ ਹੋਏ, ਅੰਦਰ ਜੇ ਕੂੜ ਹੋਏ, ਉਹ ਲੁਕ ਨਹੀਂ ਸਕਦੀ। ਇਹਨੂੰ ਕਿਹਾ ਅੰਤਰ ਅਗਨ, ਮਨ ਸਾਡਾ ਸੜਿਆ ਫਿਰਦਾ ਤਾਤ ਪਰਾਈ ਦੇ ਵਿੱਚ। ਈਰਖਾ, ਚੁਗਲੀ, ਦਵੈਸ਼, ਕ੍ਰੋਧ, ਇਹ ਸਾਰੇ ਕ੍ਰੋਧ, ਇਹ ਸਾਰੀ ਅਗ ਦੀ ਨਿਸ਼ਾਨੀਆਂ ਨੇ। ਅੰਤਰ ਅਗਨ ਬਾਹਰ ਤਨ ਸਵਾਹ, ਤਨ ਤੇ ਪਿੰਡੇ ਤੇ ਸਵਾਹ ਮਲੀ ਹੈ। ਗਲ ਪਾਥਰ ਕੈਸੇ ਤਰੈ ਅਥਾ, ਕਹਿੰਦੇ ਗਲ ਦੇ ਵਿੱਚ ਪੱਥਰ ਲੈ ਕੇ ਬੰਦਾ ਜੇ ਸਮੁੰਦਰ 'ਚ ਛਾਲ ਮਾਰਦੇ ਤੇ ਤਰ ਸਕਦਾ। ਕਹਿੰਦੇ ਤੂੰ ਕੂੜ ਦਾ ਗਲ ਦੇ ਵਿੱਚ ਪੱਥਰ ਟੰਗਿਆ ਹੋਇਆ, ਭਾਵ ਗਲ ਦੇ ਵਿੱਚ ਤੂੰ ਫਰੇਬੀ ਦਾ ਪੱਥਰ ਟੰਗਿਆ ਹੋਇਆ ਤੇ ਤੂੰ ਇਸ ਭਵ ਸਾਗਰ ਤੋਂ ਪਾਰ ਨਹੀਂ ਹੋ ਸਕਦਾ। ਇਹ ਫਰੇਬੀ, ਇਹ ਦਿਖਾਵਾ, ਇਹਨੂੰ ਹੀ ਆਪਾਂ ਬਾੜੀ ਦੇ ਵਿੱਚ ਪੜ੍ਹਦੇ ਹਾਂ ਕਿ ਘਰ ਮੈਂ ਠਾਕੁਰ ਨਦਰ ਨਾ ਆਵੈ, ਗਲ ਮੈਂ ਹੈ ਪਾਹਨ ਲੈ ਲਟਕਾਵੈ। ਕਹਿੰਦੇ ਘਰ ਦੇ ਅੰਦਰ ਪ੍ਰਭੂ ਹੈ, ਉਹ ਤੁਹਾਨੂੰ ਨਜ਼ਰ ਨਹੀਂ ਆਉਂਦਾ ਤੇ ਬਾਹਰ ਪੱਥਰਾਂ ਦੇ ਵਿੱਚ ਤੁਸੀਂ ਰੱਬ ਲੱਭੀ ਫਿਰਦੇ ਹੋ। ਭਗਤ ਜੀ ਕੋਈ ਪਰਵਾਹ ਨਹੀਂ ਕਰਦੇ ਇਸ ਗੱਲ ਨੂੰ ਕਹਿਣ ਤੇ। ਕਹਿੰਦੇ ਤੁਹਾਡਾ ਰੱਬ ਤੇ ਤੁਹਾਡੇ ਘਰਾਂ ਦੇ ਅੰਦਰ ਹੈ, ਪੱਥਰਾਂ ਦੇ ਵਿੱਚ ਰੱਬ ਨਹੀਂ ਹੈ। ਗਲ ਮੈਂ ਪਾਹਨ ਲੈ ਲਟਕਾਵੇ, ਗਲ ਦੇ ਵਿੱਚ ਭਾਵੇਂ ਪੱਥਰ ਲਟਕਾ ਲਓ, ਉਹ ਰੱਬ ਨਹੀਂ ਪ੍ਰਗਟ ਹੋਏਗਾ। ਕਹਿੰਦੇ ਜਿਸ ਪਾਹਨ ਕੋ ਠਾਕੁਰ ਕਹਿਤਾ ਸੋ ਪਾਹਨ ਤੁਝ ਲੈ ਡੁੱਬਤਾ। ਕਹਿੰਦੇ ਜਿਹਨੂੰ ਤੂੰ ਪੱਥਰ ਨੂੰ ਰੱਬ ਕਹਿੰਦਾ, ਕਹਿੰਦੇ ਇਹ ਤੇਰਾ ਰੱਬ ਤੇ ਤੈਨੂੰ ਪਾਣੀ ਦੇ ਵਿੱਚ ਨਹੀਂ ਪਾਰ ਕਰਾ ਸਕਦਾ, ਤੈਨੂੰ ਭਵ ਸਾਗਰ ਕਿਵੇਂ ਪਾਰ ਕਰਾਏਗਾ? ਰੱਬ ਤੇਰਾ ਅੰਦਰ ਹੈ। ਇਹਨੂੰ ਸਾਹਿਬ ਜੀ ਕਹਿੰਦੇ ਹੈ ਕਿ ਗਲ ਪਾਥਰ ਕੈਸੇ ਤਰੈ ਅਥਾ, ਗਲ ਦੇ ਵਿੱਚ ਵਿਕਾਰਾਂ ਦਾ ਪੱਥਰ, ਭਵ ਸਾਗਰ ਕਿਵੇਂ ਪਾਰ ਕਰੇਗਾ ਜੀ? ਜਾ ਕੇ ਅੰਤਰ ਬਸੈ ਪ੍ਰਭ ਆਪ, ਨਾਨਕ ਤੇਜਨ ਸਹਿਜ ਸਮਾਤ। ਬਸ ਸਪਸ਼ਟ ਮੁੱਖ ਦੀ ਗੱਲ ਇਹ ਹੈ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾकुर का पयो जिसका सबस आधारो, जे को खावै जे को भुंचै तिसका होए उधारो। जिन्हें इस बाणी ਨੂੰ ਛਕ ਲਿਆ, ਛਕ ਕੇ ਹਜ਼ਮ ਕਰ ਲਿਆ, ਉਹਦਾ ਉਧਾਰ ਹੋ ਜਾਏਗਾ, ਭਾਵ ਜਿਹਨੇ ਮਨ 'ਚ ਵਸਾ ਲਿਆ। ਇਹਨੂੰ ਸਾਹਿਬ ਜੀ ਕਹਿੰਦੇ ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਣਤ। ਕੱਲਾ ਗਾਉਣਾ ਤੇ ਸੁਣਨਾ ਨਹੀਂ ਹੈ ਇਸ ਬਾਣੀ ਨੂੰ। ਸਾਹਿਬ ਜੀ ਦਾ ਬਚਨ ਬੜਾ ਕੀਮਤੀ ਹੈ। ਭਗਤ ਭੰਡਾਰ ਗੁਰਬਾਣੀ ਲਾਲ, ਗਾਵਤ ਸੁਨਤ ਕਮਾਵਤ ਨਿਹਾਲ। ਕਹਿੰਦੇ ਕੱਲਾ ਗਾਉਣ ਤੇ ਸੁਣਨ ਨਾਲ ਤੂੰ ਨਿਹਾਲ ਨਹੀਂ ਹੋਏਗਾ, ਗਾਏਗਾ ਸੁਣੇਗਾ ਤੇ ਫਿਰ ਇਹਨੂੰ ਕਮਾਏਗਾ, ਉਸ ਦਿਨ ਤੂੰ ਨਿਹਾਲ ਹੋਏਗਾ, ਉਸ ਦਿਨ ਤੈਨੂੰ ਬਖਸ਼ਿਸ਼ਾਂ ਮਿਲਣਗੀਆਂ। ਇੱਥੇ ਹੀ ਸਾਹਿਬ ਜੀ ਨੇ ਕਿਹਾ, ਕਹਿੰਦੇ ਜਾ ਕੇ ਅੰਤਰ ਵਸੈ ਪ੍ਰਭ ਆਪ, ਜਿਹਦੇ ਅੰਤਰ ਪ੍ਰਭੂ ਵਸ ਜਾਏ, ਨਾਨਕ ਤੇਜਨ ਸਹਿਜ ਸਮਾਤ। ਉਹ ਸਹਿਜ ਰੂਪੀ ਅਵਸਥਾ ਦੇ ਵਿੱਚ, ਇਹਨੂੰ ਸਮਝਿਓ, ਜਿੰਨਾ ਚਿਰ ਤੱਕ ਸਾਡਾ ਮਨ ਨਹੀਂ ਟਿਕ ਰਿਹਾ ਨਾ ਜੀ ਕਲੇਸ਼ਾਂ ਤੋਂ, ਬਾਹਰ ਅੰਦਰ ਦੇ ਵਿਕਾਰਾਂ ਤੋਂ, ਫੁਰਨਿਆਂ ਤੋਂ, ਉਨਾ ਚਿਰ ਤੱਕ ਬਾਹਰ ਦੇ ਭੇਖ ਸਾਡਾ ਕੁਝ ਨਹੀਂ ਸਵਾਰ ਸਕਦੇ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੈ ਕਿ ਇਸ ਮਨ ਨੂੰ ਸਹਿਜ ਰੂਪ ਦੇ ਵਿੱਚ ਲੈ ਕੇ ਆਉਣ ਵਾਸਤੇ ਆਪਣੇ ਹਿਰਦੇ ਵਿੱਚ ਅੰਤਰ ਬਾਣੀ ਦਾ ਪਸਾਰਾ, ਭਾਵ ਬਾਣੀ ਨੂੰ ਵਸਾਓ ਜੀ। ਸੁਣ ਅੰਧਾ ਕੈਸੇ ਮਾਰਗ ਪਾਵੈ, ਕਰ ਗਹਿ ਲਿਹੋ ਓੜ ਨਿਭਾਵੈ। ਇੱਕ ਅੰਨਾ ਹੋਏ, ਜੇ ਅੰਨੇ ਨੂੰ ਕਹੀਏ ਕਿ ਰੁੱਖ ਦੇ ਕੋਲ ਚਲਾ ਜਾ, ਉਹ ਐਂ ਸੁਣ ਕੇ ਰੁੱਖ ਦੇ ਕੋਲ ਕਿਵੇਂ ਚਲਾ ਜਾਏਗਾ? ਉਹ ਤੇ ਉਸੀ ਥਾਂ ਤੱਕ ਜਾ ਸਕਦਾ ਜਿੱਥੋਂ ਆਵਾਜ਼ ਆ ਰਹੀ ਹੋਏ। ਕੱਲਾ ਉਹਨੂੰ ਦੱਸਦਾ ਜਾਏ ਕਿ ਉੱਥੇ ਰੱਬ ਵਸਦਾ ਹੈ,
ਕਹਿੰਦੇ ਉੱਥੇ ਨਹੀਂ ਤੁਰ ਸਕਦਾ। ਸਿਰਫ ਔਰ ਸਿਰਫ ਸੁਣਨ ਨਾਲ ਅੰਨਾ ਆਪਣੇ ਮਾਰਗ 'ਤੇ ਨਹੀਂ ਪਹੁੰਚ ਸਕਦਾ। ਸੁਣ ਅੰਧਾ ਕੈਸੇ ਮਾਰਗ ਪਾਵੈ, ਕਿਵੇਂ ਮਾਰਗ ਪਏਗਾ। ਪਰ ਕਰ ਗਹਿ ਲੇਹੋ ਓੜ ਨਿਭਾਵੈ, ਕੋਈ ਉਹਦੀ ਬਾਂਹ ਫੜ ਕੇ, ਕਰ ਕਹਿੰਦੇ ਆ ਬਾਂਹ, ਗਹਿ ਕਹਿੰਦੇ ਫੜ ਲੇ, ਲੇਹੋ ਉਹਨੂੰ ਲੈ ਪਏ। ਕਹਿੰਦੇ ਜੇ ਕੋਈ ਉਹਦੀ ਬਾਂਹ ਫੜ ਕੇ ਲੈ ਤੁਰੇ ਤੇ ਉਹ ਅੰਨਾ ਵੀ ਓੜ ਤੱਕ ਨਿਭ ਸਕਦਾ। ਤੇ ਅਸੀਂ ਮਾਇਆ ਦੀ ਅਗਨ ਦੇ ਵਿੱਚ ਅੰਨੇ ਹੋ ਚੁੱਕੇ ਹਾਂ। ਜੇ ਗੁਰੂ ਸਾਡੀ ਬਾਂਹ ਫੜ ਲੇ ਤਾਂ ਅਸੀਂ ਪਹੁੰਚਾਂਗੇ ਜੀ। ਕਹਾਂ ਬੁਝਾਰਤ ਬੁਝੈ ਡੋਰਾ, ਨਿਸ ਕਹੀਐ ਤਉ ਸਮਝੈ ਭੋਰਾ। ਜੇ ਕੋਈ ਡੋਰਾ ਹੋਏ, ਕੰਨ ਤੋਂ ਸੁਣਦਾ ਨਾ ਹੋਏ, ਬਿਲਕੁਲ ਬੋਲਾ ਹੋਏ, ਉਹਨੂੰ ਸੁਣਦਾ ਨਾ ਹੋਏ। ਕਹਾਂ ਬੁਝਾਰਤ ਬੁਝੈ ਡੋਰਾ, ਜੇ ਉਹਦੇ ਅੱਗੇ ਬੁਝਾਰਤ ਪਾਤੀ ਜਾਏ, ਬਾਤ ਪਾਤੀ ਜਾਏ, ਤੇ ਸਾਨੂੰ ਬਿਲਕੁਲ ਪਤਾ ਹੈ ਜਿਹੜਾ ਬੰਦਾ ਹੈ ਹੀ ਡੋਰਾ, ਉਹ ਕਿਵੇਂ ਬੁਝਾਰਤ ਨੂੰ ਸਮਝੇਗਾ। ਸਮਝੋ ਇਸ ਗੱਲ ਨੂੰ। ਕਹਿੰਦੇ ਜੇ ਹੁਣ ਇਹ ਬਾਣੀ ਕਿੰਨੀ ਰਮਜ਼ੀ ਹੈ, ਤੇ ਅਸੀਂ ਨਿੰਦਾ ਸੁਣ ਸੁਣ ਕੇ, ਤਾਤ ਪਰਾਈ ਬਖੀਲੀ ਸੁਣ ਸੁਣ ਕੇ ਡੋਰੇ ਹੋ ਚੁੱਕੇ ਹਾਂ। ਸਾਨੂੰ ਨਹੀਂ ਸੁਣਦੀ ਰੱਬ ਦੀ ਬਾਣੀ। ਕਹਾਂ ਬੁਝਾਰਤ ਬੁਝੈ ਡੋਰਾ, ਡੋਰੇ ਹੋ ਚੁੱਕੇ ਹਾਂ। ਨਿਸ ਕਹੀਐ ਤੋ ਸਮਝੈ ਭੋਰਾ, ਨਿਸ ਕਹਿੰਦੇ ਆ ਰਾਤ, ਭੋਰਾ ਕਹਿੰਦੇ ਆ ਕਿ ਸਵੇਰ। ਕਹਿੰਦੇ ਜੇ ਉਹਨੂੰ ਕਹੀਏ ਨਾ ਰਾਤ ਹੈ, ਰਾਤ ਹੈ, ਉਹਨੇ ਪੁੱਠਾ ਹੀ ਸਮਝਣਾ। ਨਿਸ ਕਹੀਏ, ਉਹਨੂੰ ਕਹੀਏ ਰਾਤ ਹੈ ਤਾਂ ਉਹ ਸਮਝੈ ਭੋਰਾ, ਉਹਨੇ ਸਵੇਰ ਹੀ ਸਮਝਣਾ। ਇਹਦਾ ਮਤਲਬ ਪੁੱਠਾ ਹੀ ਸਮਝੇਗਾ। ਅੱਜ ਵੀ ਅਸੀਂ ਬਾਣੀ ਦੇ ਪੁੱਠੇ ਅਰਥ ਹੀ ਲਈ ਜਾ ਰਹੇ ਹਾਂ। ਕੀ ਬਣਾਈ ਜਾ ਰਹੇ ਹਾਂ। ਕਰਨੇ ਅਸੀਂ ਮਹਾਪਾਪ ਤੇ ਤੁਕ ਇੱਕ ਰੱਟ ਲਈ ਹੈ ਹੁਕਮੇ ਅੰਦਰ ਸਭ ਕੋ। ਕਰਨੇ ਮਹਾਪਾਪ, ਉਹਨੂੰ ਕਹੀਏ ਤੂੰ ਮਹਾਪਾਪ ਕਿਉਂ ਕਹਿ ਰਿਹਾ ਕਰਦਾ, ਹੁਕਮੇ ਅੰਦਰ ਸਭ ਕੋ। ਹੱਦ ਹੋ ਗਈ ਹੈ ਕਿ ਬਾਣੀ ਦੇ ਇੰਨੇ ਪੁੱਠੇ ਬਚਨ। ਮਹਾਪਾਪ ਤੂੰ ਕਰਕੇ ਆਇਆ ਤੇ ਪਾਤਸ਼ਾਹ ਗੁਰਬਾਣੀ ਦੀ, ਸੱਚੇ ਪਾਤਸ਼ਾਹ ਦੀ ਤੁਕ ਤੂੰ ਇੱਕ ਰੱਟ ਲਈ, ਹੁਕਮੇ ਅੰਦਰ ਸਭ ਕੋ, ਇਹ ਵੀ ਹੁਕਮ ਹੈ। ਹੱਦ ਹੋ ਗਈ ਹੈ। ਹੁਕਮ ਦੇ ਕਨਸੈਪਟ ਨੂੰ ਸਮਝਣਾ ਬਹੁਤ ਵੱਡੀ ਖੇਡ ਹੈ। ਸਾਹਿਬ ਜੀ ਇਹ ਕਹਿੰਦੇ ਕਿ ਜਿਹੜਾ ਡੋਰਾ ਹੋਏ ਉਹਦੇ ਪੁੱਠਾ ਹੀ ਅਰਥ ਲਏਗਾ। ਨਿਸਕਈ ਹੈ, ਰਾਤ ਉਹਨੂੰ ਕਹੋ ਤਾਂ ਉਹ ਸਮਝੈ ਭੋਰਾ, ਉਹ ਸਵੇਰ ਹੀ ਸਮਝੇਗਾ ਜੀ। ਕਹਾਂ ਬਿਸਨ ਪਦ ਗਾਵੈ ਗੁੰਗ, ਜਤਨ ਕਰੈ ਤੋ ਭੀ ਸੁਰ ਭੰਗ। ਕਹਾਂ ਬਿਸਨ ਪਦ, ਬਿਸਨ ਪਦ, ਬਿਸਨ ਦੇ ਪਦੇ ਭਾਵ ਕੋਈ ਗਾਣਾ। ਗੁੰਗਾ ਕਿਵੇਂ ਗਾ ਸਕਦਾ। ਗਾਵੈ ਗੁੰਗ, ਗੁੰਗੇ ਨੂੰ ਕਹੋ ਕਿ ਤੂੰ ਗਾਣੇ ਗਾ ਕੇ ਸੁਣਾ, ਤੂੰ ਸਲੋਕ ਪੜ੍ਹ ਕੇ ਸੁਣਾ, ਨਹੀਂ ਸੁਣਾ ਸਕਦਾ। ਜਤਨ ਕਰੈ ਤਉ ਭੀ ਸੁਰ ਭੰਗ, ਉਹ ਜੇ ਯਤਨ ਕਰੇਗਾ ਤਾਂ ਉਹ ਵੀ ਉਹ ਸੁਰ ਦੇ ਵਿੱਚ ਨਿਪੁੰਨ ਨਹੀਂ ਹੋ ਸਕਦਾ, ਭੰਗ ਹੀ ਕਰੇਗਾ, ਭੰਗ ਹੀ ਪਾਏਗਾ। ਉਹਦਾ ਕੀ ਦਾ ਕੀ ਬਣਾ ਦੇਗਾ। ਤੇ ਸਾਡੀ ਜ਼ੁਬਾਨ ਤੋਂ ਅਸੀਂ ਸੱਚੀ ਮੁੱਚੀ ਗੂੰਗੇ ਹੋ ਚੁੱਕੇ ਹਾਂ। ਸਾਡਾ ਬੋਲ ਕੁਬੋਲ ਬਣ ਚੁੱਕਾ ਹੈ। ਚੰਗੇ ਬੋਲ ਸਾਨੂੰ ਆਉਂਦੇ ਨਹੀਂ। ਇਸ ਕਰਕੇ ਕਹਿ ਪਿੰਗਲ ਪਰਬਤ ਪਰ ਭਵਨ, ਨਹੀਂ ਹੋਤ ਊਹਾਂ ਉਸ ਗਮਨ। ਪਿੰਗੁਲ ਕਹਿੰਦੇ ਆ ਜੀ, ਇਹਨੂੰ ਪਿੰਗੁਲ ਹੀ ਪੜ੍ਹਨਾ ਹੈ। ਕਹਿ ਕੱਕਾ ਤੇ ਹਾ, ਕਹਿ ਪਿੰਗੁਲ, ਕਹਿ ਪਿੰਗੁਲ ਪਰਬਤ ਪਰ ਭਵਨ। ਪਿੰਗੁਲ ਕਹਿੰਦੇ ਆ ਲੁੱਲਾ, ਲੰਗੜਾ। ਕੋਈ ਬੰਦੇ ਦੀਆਂ ਲੱਤਾਂ ਨਾ ਹੋਣ, ਉਹਨੂੰ ਉਹ ਇਸ਼ਾਰਾ ਕਰੀਏ ਕਿ ਉਹ ਪਹਾੜ ਦੀ ਟੀਸੀ ਤੇ ਭੱਜ ਕੇ ਚੜ੍ਹ ਜਾ। ਲੈ, ਜਿਹੜਾ ਬੰਦਾ ਲੰਗੜਾ ਹੈ ਉਹ ਕਿਵੇਂ ਤੁਰ ਪਏਗਾ ਜਿਹਦੀਆਂ ਲੱਤਾਂ ਹੀ ਨਹੀਂ। ਕਹਿ ਪਿੰਗੁਲ ਪਰਬਤ ਪਰ ਭਵਨ, ਕਿਵੇਂ ਚੜ੍ਹੇਗਾ। ਨਹੀਂ ਹੋਤ ਊਹਾਂ ਉਸ ਗਵਨ, ਉਹ ਲੱਖ ਕੋਸ਼ਿਸ਼ਾਂ ਵੀ ਕਰੇ ਤਾਂ ਵੀ ਉਹ ਪਰਬਤ ਦੀ ਟੀਸੀ ਤੱਕ ਨਹੀਂ ਪਹੁੰਚ ਸਕਦਾ। ਸਾਡੀ ਜਿਹੜੀ ਸੁਰਤ ਹੈ ਉਹ ਪਿੰਗੁਲ ਹੋ ਚੁੱਕੀ ਹੈ। ਸਮਝੋ ਜੀ, ਜਿਹੜੀ ਸਾਡੀ ਸੁਰਤ ਨੇ ਤੁਰਨਾ ਹੈ ਨਾ, ਜਿਸ ਪ੍ਰੀਤਮ ਕਹਿ ਦੇਸ ਕੈਸੇ ਬਾਤਨ ਕਹਿ ਜਾਈਏ, ਜਾਂ ਭਾਈ ਵੀਰ ਸਿੰਘ ਜੀ ਕਹਿੰਦੇ ਸਿੱਖੀ ਹੈ ਬਲਵਾਨ ਕਰਨਾ, ਸੁਰਤ ਨੂੰ ਚੜ੍ਹਦੀ ਕਲਾ ਨਿਵਾਸ ਹਰਦਮ ਰੱਖਣਾ। ਸਾਡੀ ਸੁਰਤ ਹੋ ਗਈ ਹੈ ਲੰਗੜੀ। ਜੇ ਉਸ ਸੁਰਤ ਨੂੰ ਕਹੀਏ ਨਾ ਕਿ ਪ੍ਰੀਤਮ ਦੇ ਦੇਸ ਤੱਕ ਪਹੁੰਚ ਜਾਏ, ਕਿਸ ਤਰ੍ਹਾਂ ਪਹੁੰਚੇਗੀ। ਲੰਗੜੀ ਸੁਰਤ ਸਫ਼ਰ ਨਹੀਂ ਕਰ ਸਕਦੀ। ਗੁਰੂ ਸਾਹਿਬ ਇਹੀ ਕਹਿੰਦੇ, ਕਹਿ ਪਿੰਗੁਲ ਪਰਬਤ ਪਰ ਭਵਨ, ਕਿਵੇਂ ਜਾਏਗਾ। ਨਹੀਂ ਹੋਤ ਊਆ ਉਸ ਗਮਨ, ਉੱਥੇ ਤੱਕ ਨਹੀਂ ਪਹੁੰਚ ਸਕਦਾ। ਹਾਂ, ਜਿਸ ਤਰ੍ਹਾਂ ਅਸੀਂ ਅੰਨੇ ਹੋ ਚੁੱਕੇ ਹਾਂ, ਮਾਰਗ ਨਹੀਂ ਪਹੁੰਚ ਸਕਦੇ, ਅਸੀਂ ਡੋਰੇ ਹੋ ਚੁੱਕੇ ਹਾਂ, ਅਸੀਂ ਸੁਣ ਨਹੀਂ ਸਕਦੇ, ਅਸੀਂ ਗੂੰਗੇ ਹੋ ਚੁੱਕੇ ਹਾਂ, ਅਤੇ ਅਸੀਂ ਸਾਡੀ ਸੁਰਤ ਬਿਲਕੁਲ ਲੰਗੜੀ ਹੋ ਚੁੱਕੀ ਹੈ, ਤੁਰ ਨਹੀਂ ਸਕਦੀ। ਫਿਰ ਜਦ ਸਭ ਕੁਝ ਹੀ ਰਹਿ ਗਿਆ ਤਾਂ ਫਿਰ ਕਰੀਏ ਕੀ। ਸਤਿਗੁਰ ਜੀ ਫਿਰ ਇਸ ਪਦੇ ਦੇ ਆਖਰੀ ਤੁਕਾਂ ਦੇ ਵਿੱਚ ਨਿਚੋੜ ਦਿੰਦੇ ਹੈ, ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ, ਨਾਨਕ ਤੁਮਰੀ ਕਿਰਪਾ ਤਰੈ। ਕਰਤਾਰ ਦੇ ਅੱਗੇ ਕਰੁਣਾ ਮੈਂ, ਇੱਕ ਕਰੁਣਾ ਮੈਂ ਲਫ਼ਜ਼ ਇਕੱਠਾ ਪੜ੍ਹਨਾ ਜੀ, ਧਿਆਨ ਨਾਲ। ਕਰੁਣਾ ਤੇ ਮੈਂ ਵੱਖਰਾ ਨਾ ਪੜ੍ਹਿਓ। ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਹੀਂ ਹੈ। ਕਰਤਾਰ ਕਰੁਣਾ ਮੈਂ, ਕਰੁਣਾਮਈ ਜਿਹੜਾ ਆਪਾਂ ਲਫ਼ਜ਼ ਪੜ੍ਹਦੇ ਹਾਂ, ਕਰੁਣਾਮਈ ਦਾ ਮਤਲਬ ਹੈ ਜਿਹੜਾ ਕਰੁਣਾ ਦਾ ਭੰਡਾਰ ਹੈ।
ਜਿਹੜਾ ਕਰੁਣਾ ਕਰਨ ਵਾਲਾ, ਕਿਰਪਾ ਕਰਨ ਵਾਲਾ, ਤਰਸ ਕਰਨ ਵਾਲਾ, ਉਹ ਕਰਤਾਰ। ਉਸ ਤਰਸ ਕਰਨ ਵਾਲੇ ਕਰਤਾਰ ਦੇ ਅੱਗੇ ਤੂੰ ਦੀਨ ਬਣ ਕੇ ਬੇਨਤੀ ਤਾਂ ਕਰ। ਤੇ ਜੇ ਬੇਨਤੀ ਕਰੇਗਾ, ਨਾਨਕ ਤੁਮਰੀ ਕਿਰਪਾ ਤਰੈ, ਜੇ ਤੁਸੀਂ ਕਿਰਪਾ ਕਰੋਗੇ, ਇਹ ਜਿਹੜੀ ਸੁਰਤ ਲੰਗੜੀ ਹੋ ਗਈ ਹੈ, ਇਹ ਵੀ ਤੁਹਾਡੇ ਦੇਸ਼ ਤੱਕ, ਤੁਹਾਡੇ ਸੋ ਦਰ ਤੇ ਸੋ ਘਰ ਤੱਕ ਪਹੁੰਚ ਸਕਦੀ ਹੈ ਜੀ। ਸੰਗ ਸਹਾਈ ਸੁ ਆਵੈ ਨਾ ਚੀਤ, ਜੋ ਬੈਰਾਈ ਤਾਂ ਸਿਉ ਪ੍ਰੀਤ। ਸੰਗ ਸਹਾਈ ਸੋ ਨਹੀਂ ਪੜ੍ਹਨਾ, ਸੱਸੇ ਨੂੰ ਔਂਕੜ ਹੈ ਜੀ। ਇੱਕ ਵਾਰੀ ਸਾਰੇ ਤੁਕ ਪੜੋ। ਸੰਗ ਸਹਾਈ ਸੁ ਆਵੈ ਨਾ ਚੀਤ, ਸੰਗ ਸਹਾਈ ਸੁ ਆਵੈ ਨਾ ਚੀਤ। ਧਿਆਨ ਨਾਲ, ਜਿੱਥੇ ਔਂਕੜ ਹੈ ਉੱਥੇ ਔਂਕੜ ਦਾ ਉਚਾਰਨ। ਸੰਗ ਸਹਾਈ ਜਿਹੜਾ ਤੇਰੇ ਨਾਲ ਰਹਿਣ ਵਾਲਾ ਬੰਦਿਆ, ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ। ਸੋ ਆਵੇ ਨਾ ਚੀਤ, ਜਿਹੜਾ ਤੇਰੇ ਨਾਲ ਰਹਿਣ ਵਾਲਾ, ਉਹ ਤੇ ਤੈਨੂੰ ਚੇਤਾ ਨਹੀਂ ਆਉਂਦਾ ਪ੍ਰਭੂ ਦਾ ਨਾਮ। ਜੋ ਬੈਰਾਈ ਤਾਂ ਸਿਉ ਪ੍ਰੀਤ, ਜਿਹੜੀ ਇਹ ਮਾਇਆ ਹੀ ਸਾਡੀ ਬੈਰਨ ਬਣੀ ਬੈਠੀ ਹੈ, ਸਾਡੀ ਜੜ੍ਹਾਂ 'ਚ ਆ ਕੇ ਬਹਿ ਗਈ ਹੈ। ਇਹਨੂੰ ਚੋਰਟੀ ਕਿਹਾ ਹੈ ਭਗਤ ਕਬੀਰ ਜੀ ਨੇ। ਕਹਿੰਦੇ ਇਹ ਚੋਰਟੀ ਸਾਰਿਆਂ ਨੂੰ ਲੁੱਟੀ ਬੈਠੀ ਹੈ, ਸਾਰਿਆਂ ਨੂੰ ਖਾਈ ਬੈਠੀ ਹੈ। ਪਰ ਕਬੀਰ ਸਾਹਿਬ ਕਹਿੰਦੇ ਮੈਂ ਇਸ ਚੋਰਟੀ ਨੂੰ ਵੱਢ ਕੇ ਟੁੱਕ ਦਿੱਤਾ 12 ਭਾਗਾਂ ਦੇ ਵਿੱਚ। ਉਹ ਕਿਹਾ ਨਾਕੋ ਕਾਟੀ, ਕਾਨੋ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, तीन लोक की प्यारी। जो बैराई तास्यों प्रीत, कहो कबीर संतन की बैरन, तीन लोक की प्यारी। है ये बैरन है, तो बैरन दे नाल असी प्रीत लाई बैठे हाँ। कहते ये का तो फिर असी सुखां दी असी भाल करते हाँ। सुख किवें मिलणगे जी। बलुआ के गृह भीतर बसै, अनद केल माया रंग रसै। बलुआ के ग्रह नहीं पढ़ना, गृह ਗੱਗੇ ਨੂੰ ਸਿਹਾਰੀ ਹੈ ਤੇ ਗ੍ਰਹਿ ਬਣੇਗਾ। ਜੇ ਹਾਹੇ ਨੂੰ ਸਿਹਾਰੀ ਹੁੰਦੀ ਤਾਂ ਫਿਰ ਗ੍ਰਹਿ ਬਣ ਸਕਦਾ ਸੀ। ਗ੍ਰਹਿ ਦਾ ਅਸੀਂ ਪੜ੍ਹਦੇ ਹਾਂ ਗ੍ਰਹਿ, ਬਲੂਆ ਕੇ ਗ੍ਰਹਿ। ਗ੍ਰਹਿ ਦਾ ਅਰਥ ਪਤਾ ਕੀ ਬਣਦਾ? ਰਾਹੂ ਤੇ ਕੇਤੂ। ਗ੍ਰਹਿ ਚੜ ਗਏ ਤੇਰੇ ਉੱਤੇ। ਪਰ ਇੱਥੇ ਹੈ ਗ੍ਰਹਿ। ਗ੍ਰਹਿ ਦਾ ਮਤਲਬ ਘਰ। ਬਲੂਆ ਕੇ ਗ੍ਰਹਿ ਭੀਤਰ ਬਸੈ। ਕਹਿੰਦੇ ਤੇਰਾ ਸਰੀਰ ਇਸ ਤਰ੍ਹਾਂ ਦਾ ਸਰੀਰ ਹੈ ਜਿਸ ਤਰ੍ਹਾਂ ਬਲੂਆ ਮਿੱਟੀ ਦਾ ਘਰ ਬਣਿਆ ਹੋਏ। ਸਮੁੰਦਰ ਦੇ ਕਿਨਾਰੇ ਬੱਚੇ ਬਲੂਆ ਮਿੱਟੀ ਦੇ ਘਰ ਬਣਾਉਂਦੇ ਨੇ ਨਾ, ਮਿੱਟੀ ਦੇ ਜਿਹੜੇ ਢਹਿ ਜਾਂਦੇ ਆ। ਕਹਿੰਦੇ ਬਲੂਆ ਮਿੱਟੀ ਅਸਲ ਦੇ ਵਿੱਚ ਇਹ ਮਿੱਟੀ ਖਾਸ ਕਰਕੇ ਉਸ ਘੜੀ ਦੇ ਵਿੱਚ ਵਰਤੀ ਜਾਂਦੀ ਸੀ ਜਿਹੜੇ ਪਹਿਲੇ ਸਮੇਂ ਦੀ ਇਕਾਈ ਨੂੰ, ਘੜੀਆਂ ਨੂੰ ਵੰਡਦਾ ਸੀ। ਜੇ ਸਿੱਧੀ ਕਰਤੀ ਤੇ ਪੂਰੀ ਜਦ ਤੱਕ ਰੇਤ ਥੱਲੇ ਤੱਕ ਨਹੀਂ ਡਿੱਗੇਗੀ ਉਹ ਪੂਰੀ ਘੜੀ ਮੰਨੀ ਜਾਂਦੀ ਸੀ, ਭਾਵ ਉਹ ਸਮਾਂ ਸੀ। ਇਸੇ ਰੂਪ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਜਿਸ ਤਰ੍ਹਾਂ ਉਹ ਰੇਤ ਦਾ ਇੱਕ ਇੱਕ ਕਣ ਕਿਰਦਾ ਹੋਇਆ ਸਾਰਾ ਢਹਿ ਜਾਂਦਾ, ਸਾਰਾ ਸਮਾਂ ਬਤੀਤ ਹੋ ਜਾਂਦਾ। ਤੂੰ ਚੇਤੇ ਰੱਖੀ ਤੇਰਾ ਸਰੀਰ ਰੂਪੀ ਘਰ ਵੀ ਬਲੂਆ ਮਿੱਟੀ ਦਾ ਬਣਾ ਹੈ। ਇੱਕ ਇੱਕ ਦਿਨ ਕਰਕੇ, ਇੱਕ ਇੱਕ ਖਿੰਨ ਕਰਕੇ, ਇੱਕ ਇੱਕ ਪਲ ਕਰਕੇ, ਵਿਸਵਾ ਕਰਕੇ, ਅੱਖਾਂ ਦੇ ਝਪਕਾਉਣ ਜਿੰਨਾ ਸਮਾਂ ਕਰਕੇ ਤੇਰੀ ਇਹ ਮਿੱਟੀ ਰੂਪੀ ਸਰੀਰ ਬਲੂਆ ਮਿੱਟੀ ਦੀ ਤਰ੍ਹਾਂ ਕਿਣਕਾ ਕਿਣਕਾ ਹੋ ਕੇ ਵਹੀ ਜਾ ਰਿਹਾ, ਭਾਵ ਖੇਰੂ ਖੇਰੂ ਹੋਈ ਜਾ ਰਿਹਾ। ਤੂੰ ਸਮਝ, ਸਮਾਂ ਤੇਰਾ ਬਤੀਤ ਹੋਈ ਜਾ ਰਿਹਾ। ਬਲੂਆ ਕੇ ਗ੍ਰਹਿ ਭੀਤਰ ਬਸੈ, ਅਨੰਦ ਕੀਲ ਮਾਇਆ ਰੰਗ ਰਸੈ। ਬਸ ਔਰ ਬਸ ਦੁਨੀਆ ਦੇ ਮਾਇਆ ਰੰਗ ਤਮਾਸ਼ੇ ਦੇ ਹੀ ਆਨੰਦ ਕੇਲ ਕਰਿੰਦੇ ਬਸ ਭੱਜਿਆ ਫਿਰਦਾ। ਤੈਨੂੰ ਪਤਾ ਨਹੀਂ ਲੱਗਦਾ ਕਿ ਸਮਾਂ ਬਹੁਤ ਥੋੜ੍ਹਾ ਹੈ ਜੀ। ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ, ਕਾਲ ਨ ਆਵੈ ਮੂੜੇ ਚੀਤ। ਦ੍ਰਿੜ ਕਰ ਮਾਨੈ ਮਨਹਿ ਪ੍ਰਤੀਤ, ਦ੍ਰਿੜ ਕਰਕੇ ਮੰਨਿਆ ਹੋਇਆ ਕਿ ਮੈਨੂੰ ਕੁਛ ਹੋਣਾ ਹੀ ਨਹੀਂ ਹੈ। ਲੈ ਮੈਨੂੰ ਕੀ ਹੋ ਸਕਦਾ, ਮੈਂ ਤਾਂ ਸਦਾ ਹੀ ਇੱਥੇ ਰਹਿਣਾ। ਇਹ ਮਨ ਦੇ ਵਿੱਚ ਪ੍ਰਤੀਤ ਕਰੀ ਬੈਠਾ, ਮਨ 'ਚ ਝੂਠਾ ਵਿਸ਼ਵਾਸ ਦਿਲਾਈ ਬੈਠਾ। ਬਸ ਗਾਲਿਬ ਦਿਲ ਕੋ ਬਹਿਲਾਨੇ ਕਾ ਖਿਆਲ ਅੱਛਾ ਹੈ। ਬਸ ਇਹੀ ਕਿ ਮੈਨੂੰ ਕੀ ਹੋਣਾ। ਪਰ ਸਤਿਗੁਰੂ ਜੀ ਕਹਿੰਦੇ ਹੈ ਐਡਾ ਨਾ ਕਰ, ਤੂੰ ਬੰਦਗੀ ਕਰ, ਇਬਾਦਤ ਕਰ, ਤੂੰ ਬਿਲਕੁਲ ਨਿਡਰ ਹੋ ਕੇ ਆਪਣੀ ਜ਼ਿੰਦਗੀ ਦੇ ਵਿੱਚ ਚੰਗੇ ਕਾਰਜ ਕਰ। ਪਰ ਤੂੰ ਇਹ ਨਾ ਸੋਚ ਕਿ ਮੈਂ ਸਦਾ ਇੱਥੇ ਰਹਿਣਾ, ਕਿਸੇ ਨੇ ਵੀ ਨਹੀਂ ਰਹਿਣਾ। ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ, ਸਾਰੇ ਤੁਰ ਗਏ ਹੈ। ਦ੍ਰਿੜ ਕਰ ਮਾਨੈ ਮਨ ਹੈ ਪ੍ਰਤੀਤ, ਮਨ ਦੇ ਵਿੱਚ ਝੂਠੀ ਪ੍ਰਤੀਤ ਕੀਤੀ ਮੈਂ ਸਦਾ ਰਹਿਣਾ। ਕਾਲ ਨਾ ਆਵੈ ਮੂੜੇ ਚੀਤ, ਮੂਰਖ ਮਨੁੱਖ ਨੂੰ ਕਾਲ ਭਾਵ ਮੌਤ ਦਾ ਚੇਤਾ ਵੀ ਨਹੀਂ ਹੈ ਜੀ। ਬੈਰ ਵਿਰੋਧ ਕਾਮ ਕ੍ਰੋਧ ਮੋਹ, ਝੂਠ ਵਿਕਾਰ ਮਹਾ ਲੋਭ ਧਰੋ। याहू जुगत बयाने कई जन्म, नानक राख लिहो आपन कर कर्म। ਸਾਡੇ ਮਨੁੱਖਾਂ ਦਾ ਸੰਬੰਧ ਬੈਰ, ਬਸ ਅਸੀਂ ਵੈਰ ਹੀ ਕੱਢ ਲਈਏ ਉਹਦੇ ਨਾਲ। ਉਹ ਵੀ ਸਾਡਾ ਵੈਰੀ, ਉਹ ਵੀ ਸਾਡਾ ਵੈਰੀ,
ਉਹ ਵੀ ਸਾਡਾ ਦੁਸ਼ਮਣ। बैर विरोध, ਉਹਦੇ ਨਾਲ ਵਿਰੋਧ ਕਰ ਲਿਆ, ਇਹ ਸਾਡਾ ਧੜਾ ਹੈ, ਉਹ ਉਹਦਾ ਧੜਾ ਹੈ, ਵਿਰੋਧੀ ਬਣਾ ਲੇ। ਕਾਮ ਕ੍ਰੋਧ ਮੋਹ, ਇਹ ਤਿੰਨੋਂ ਜ਼ਹਿਰੀ ਵਿਕਾਰ ਸਾਡੇ ਤੇ ਡਾਢੇ ਹੋਏ ਫਿਰਦੇ ਨੇ। ਸਾਨੂੰ ਸੁਰਤ ਹੀ ਨਹੀਂ ਹੈ ਕਿ ਜੀਵਨ ਦਾ ਅਸਲ ਮਨੋਰਥ ਕੀ ਹੈ। बैर विरोध काम क्रोध मोह, ਅੱਗੇ ਕਹਿੰਦੇ ਝੂਠ ਵਿਕਾਰ ਮਹਾ ਲੋਭ ਧਰੋਹ, ਝੂਠ ਦੇ ਪਲੇਂਦੇ ਅਸੀਂ ਬਣਾ ਸਕਦੇ ਹਾਂ, ਇੱਕ ਦੇ 100 ਝੂਠ ਬਣਾ ਸਕਦੇ ਹਾਂ। ਵਿਕਾਰਾਂ ਦੇ ਵਿੱਚ ਗ੍ਰਸੇ ਹੋਇਆਂ, ਲੋਭ ਮਹਾਲੋਭੀਆਂ, ਤੇ ਧਰੋਹ ਸਾਡੇ ਮਨ ਦੇ ਵਿੱਚ ਬਹੁਤ ਹੈ। ਬੜਾ ਧਰੋਹੀ ਹੈਗੇ ਅਸੀਂ। ਹਰ ਧਰੋਹ ਦਾ ਮਤਲਬ ਹੈ ਧੋਖਾ ਦੇਣ ਵਾਲਾ ਇਨਸਾਨ, ਧਰੋਹ ਕਰਨ ਵਾਲਾ, ਇਹੀ ਸਾਡੇ ਪੱਲੇ ਹੈ। ਸਤਿਗੁਰੂ ਜੀ ਕਹਿੰਦੇ ਇਆਹੂ ਜੁਗਤ ਬਿਆਨੇ ਕਈ ਜਨਮ, ਕਹਿੰਦੇ ਕਈ ਜਨਮ। ਸਤਿਗੁਰੂ ਜੀ ਕਹਿੰਦੇ ਹੈ ਕਿ ਸਾਡੇ ਇਸ ਬੈਰ ਵਿਰੋਧ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦੇ ਵਿੱਚ ਕਈ ਜਨਮ ਬਤੀਤ ਹੋ ਗਏ ਆ। ਇਸੀ ਬਿਰਤੀਆਂ ਨੂੰ ਅਸੀਂ ਢੋਈ ਫਿਰਦੇ ਹਾਂ, ਇੱਕ ਜਨਮ ਤੋਂ ਨਹੀਂ, ਕਈ ਜਨਮਾਂ ਤੋਂ। ਸਤਿਗੁਰੂ ਜੀ ਕਹਿੰਦੇ ਕਿਰਪਾ ਕਰੋ ਨਾਨਕ ਰਾਖ ਲਿਓ ਆਪਨ ਕਰ ਕਰਮ। ਤੁਸੀਂ ਦੇਖੋਗੇ ਸਾਰੇ ਪਦੇ ਦੇ ਵਿੱਚ ਅਸੀਂ ਪੜ੍ਹਦੇ ਆਏ ਸਸ਼ਪਦੀ 'ਚ ਕਿ ਨਾਮ ਅਤੇ ਮਨੁੱਖ ਦੇ ਵਿਚਕਾਰ ਕੀ ਚੀਜ਼ਾਂ ਵਿਘਨ ਬਣ ਕੇ ਆਉਂਦੀਆਂ ਨੇ, ਪਰ ਹਰ ਇੱਕ ਅੰਤਲੀ ਤੁਕ ਦੇ ਵਿੱਚ ਸਤਿਗੁਰੂ ਗੁਰੂ ਅਰਜਨ ਸਾਹਿਬ ਨੇ ਕਿਰਪਾ ਕੀਤੀ ਹੈ। ਮਨੁੱਖ ਦੇ ਮਨ ਦਾ ਹੌਸਲਾ ਨਹੀਂ ਢਹਿਣ ਦਿੱਤਾ। ਸਤਿਗੁਰੂ ਜੀ ਨੇ ਕਿਹਾ ਇਸ ਬਿਰਤੀ 'ਚ ਜੇ ਤੂੰ ਫਸਿਆ ਵੀ ਹੋਇਆ, ਬਸ ਤੂੰ ਇਹ ਅਰਦਾਸ ਕਰ, ਨਾਨਕ ਰਾਖ ਲਿਓ ਆਪਨ ਕਰ ਕਰਮ। ਇੱਥੇ ਕਰਮ ਦਾ ਮਤਲਬ ਹੈ ਫਾਰਸੀ ਦਾ, ਅਰਬੀ ਭਾਸ਼ਾ ਦਾ ਕਰਮ ਹੈ ਕਿਰਪਾ। ਆਪਣੀ ਬਖਸ਼ਿਸ਼ ਕਰਕੇ ਤੁਸੀਂ ਬਚਾ ਲਓ ਜੀ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਹੁਣ ਅਸੀਂ ਇਹ ਲਫ਼ਜ਼ ਕਈ ਵਾਰੀ ਗਲਤ ਪੜ੍ਹ ਦਿੰਦੇ ਹਾਂ। ਅਰਦਾਸ ਦੇ ਵਿੱਚ ਗੁਰਦੁਆਰਾ ਸਾਹਿਬ 'ਚ ਅਰਦਾਸ ਹੁੰਦੀ ਹੈ, ਸ਼ੁਰੂਆਤ ਹੀ ਤੁਮ ਠਾਕੁਰ ਤੁਮ ਪਹਿ ਅਰਦਾਸ ਕਰ ਦਿੰਦੇ ਹਾਂ। ਹੁਣ ਧਿਆਨ ਨਾਲ ਇਹ ਲਫ਼ਜ਼ ਹੈ ਤੂੰ ਠਾਕੁਰ, ਤੂੰ ਠਾਕੁਰ ਹੈ, ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਕਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ ਹੋ ਸਾਰ ਨਾ ਜਾਣਾ ਤੇਰੀ ਰਾਮ। ਸਾਰ ਨਾ ਜਾਣਾ ਤੂੰ ਵਡਦਾਣਾ, ਕਰ ਮਿਹਰ ਅੰਮ੍ਰਿਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ, ਆਠ ਪਹਿਰ ਤੁਧ ਧਿਆਈ। ਤੂੰ ਠਾਕੁਰ ਤੁਮ ਪਹਿ ਅਰਦਾਸ। ਸਤਿਗੁਰੂ ਜੀ ਨੇ ਦੇਖ ਲਓ, ਜੇ ਸਾਰੇ ਤੁਸੀਂ ਇੱਕ ਪਦਾ ਲੈ ਲਓ। ਅਸੀਂ ਨਿਰਗੁਣ ਯਾਰ ਇਆਨਿਆਂ ਵਾਲੀ ਸਲੋਕ ਦੀ ਅਸ਼ਟਪਦੀਆਂ ਵਿਚਾਰ ਰਹੇ ਹਾਂ। ਪਹਿਲਾ ਪਦੇ ਪੜਿਆ ਰਮਈਆ ਕੇ ਗੁਣ ਚੇਤ ਪ੍ਰਾਣੀ, ਕਿ ਇਸ ਪ੍ਰਭੂ ਦੇ ਗੁਣਾਂ ਨੂੰ ਚੇਤੇ ਕਰ। ਅਤੇ ਉਹਦੀ ਆਖਰੀ ਤੁਕ ਵੀ ਅਰਦਾਸ ਸੀ, ਇਹ ਨਿਰਗੁਣ ਗੁਣ ਕਿਛੂ ਨਾ ਸੂਝੈ, ਬਖਸ਼ ਲਿਓ ਤਉ ਨਾਨਕ ਸੀਜੈ। ਕਿ ਤੁਸੀਂ ਜੇ ਬਖਸ਼ਿਸ਼ ਕਰੋਗੇ ਤਾਂ ਤੁਹਾਡੀ। ਅਤੇ ਅਗਲੇ ਪਦੇ ਦੇ ਵਿੱਚ ਕਿ ਜਹ ਪ੍ਰਸਾਦ ਧਰ ਉੱਪਰ ਬਸੈ, ਇਹਦੀ ਵੀ ਅੰਤਲੀ ਤੁਕ ਦੇਖੋ, ਐਸੇ ਦੋਖ ਮੂੜ ਅੰਧ ਵਿਆਪੇ, ਨਾਨਕ ਕਾਢ ਲਿਓ ਪ੍ਰਭ ਆਪੇ। ਅਰਦਾਸ ਹੈ। ਤੀਸਰਾ ਪਦਾ ਆਦ ਅੰਤ ਜੋ ਰਾਖਣ ਹਾਰ, ਉਸ ਪਦੇ ਦੀ ਵੀ ਜਿਹੜੀ ਸਮਾਪਤੀ ਕੀਤੀ ਹੈ, ਨਾਨਕ ਰਾਖਣ ਹਾਰ ਅਪਾਰ, ਕਿਰਪਾ ਕਰਕੇ ਤੁਸੀਂ ਬਚਾ ਲਓ। ਚੌਥਾ ਪਦਾ ਵੀ ਰਤਨ ਤਿਆਗ ਵਾਲਾ, ਉਹਦਾ ਵੀ ਅੰਤ ਹੈ। ਸਤਿਗੁਰੂ ਜੀ ਕਹਿੰਦੇ ਨਾਨਕ ਕਾਢ ਲਿਓ ਪ੍ਰਭ ਦਿਆਲ। ਉਸ ਤੋਂ ਅਗਲਾ ਪਦਾ ਵੀ ਨਾਨਕ ਤੇਜਨ ਸਹਿਜ ਸਮਾਤ। ਅਗਲਾ ਪਦਾ ਨਾਨਕ ਤੁਮਰੀ ਕਿਰਪਾ ਤਰੈ। ਅਤੇ ਆਖਰੀ ਜਿਹੜਾ ਸੱਤਵਾਂ ਅਸੀਂ ਅਜੇ ਪੜ੍ਹ ਕੇ ਆਇਆ, ਨਾਨਕ ਰਾਖ ਲਿਓ ਆਪਨ ਕਰ ਕਰਮ। ਸਾਰੇ ਪਦਿਆਂ ਦੀ ਅੰਤਲੀ ਤੁਕ ਅਰਦਾਸ ਹੈ, ਅਤੇ ਇਸੀ ਸਾਰੇ ਪਦੇ ਦੀ ਜਿਹੜਾ ਆਖਰੀ ਪਦਾ ਸਿਰਮੌਰ ਨਿਚੋੜ ਹੈ, ਉਹ ਵੀ ਸਤਿਗੁਰੂ ਜੀ ਨੇ ਸਾਰਾ ਅਰਦਾਸ ਹੀ ਪਾ ਦਿੱਤਾ। ਤੂੰ ਠਾਕੁਰ ਤੁਮ ਪਹਿ ਅਰਦਾਸ, ਜੀਓ ਪਿੰਡ ਸਭ ਤੇਰੀ ਰਾਸ। ਇਹ ਜੀਓ ਵੀ, ਆਤਮਾ ਵੀ, ਜਿੰਦ ਵੀ, ਇਹ ਪਿੰਡ ਸਰੀਰ ਵੀ, ਇਹ ਤੁਹਾਡੀ ਹੀ ਪੂੰਜੀ ਹੈ ਜੀ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਤੁਸੀਂ ਮਾਤ ਹੋ ਅਤੇ ਪਿਤਾ ਹੋ, ਬੈਦੋ ਨਾ ਬਾਈ ਭੈਣੋ ਨਾ ਭਾਈ, ਏਕੋ ਸਹਾਈ ਰਾਮ ਹੈ। ਤੁਸੀਂ ਹੀ ਸਭ ਕੁਛ ਹੋ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਿਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭ ਨਹੀਂ ਠਾਈ। ਤਾ ਭਾਉ ਕੇਹਾ ਕਾੜਾ ਜੀਓ। ਨਾ ਮੈਨੂੰ ਡਰ ਹੈ ਅਤੇ ਨਾ ਮੈਨੂੰ ਦੁੱਖ ਦਾ ਕੋਈ ਕਾੜਾ ਹੈ, ਸੰਤਾਪ ਹੈ। ਇਸੀ ਰੂਪ ਦੇ ਵਿੱਚ ਸੁਤ ਅਪਰਾਧ ਕਰਤ ਹੈ ਜੀਤੇ, ਜਨਨੀ ਚੀਤ ਨ ਰਾਖਸ ਤੇ ਤੇਰਾ ਮਈਆ ਹੋ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗੁਣ ਮੇਰਾ। ਇਸੀ ਰੂਪ ਦੇ ਵਿੱਚ ਪਿਤਾ ਹੋਂ ਜਾਣੋ ਨਾਹੀਂ, ਤੇਰੀ ਕਵਣ ਜੁਗਤਾ। ਤੂੰ ਹੀ ਪਿਤਾ ਹੈ, ਤੂੰ ਹੀ ਮਾਤ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਬਾਰਕ ਨਹੀਂ ਪੜ੍ਹਨਾ, ਬਾਰੀਕ ਪੜ੍ਹਨਾ, ਰਾਰੇ ਨੂੰ ਸਿਹਾਰੀ ਹੈ। ਤੁਮ ਮਾਤ ਪਿਤਾ ਹਮ ਬਾਰਿਕ ਤੇਰੇ, ਤੁਮਰੀ ਕਿਰਪਾ ਮਹਿ ਸੂਖ ਕਨੇਰੇ। ਜੇ ਤੁਹਾਡੀ ਕਿਰਪਾ ਹੋਏ
ਤੇ ਸਾਨੂੰ ਦੁੱਖਾਂ ਦੇ ਵਿੱਚ ਵੀ ਘਨੇਰੇ ਸੁਖ ਹੀ ਜਾਪਣ ਜੀ। ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ। ਇੱਥੇ ਵੀ ਅਸੀਂ ਕੋਈ ਪੜ੍ਹ ਜਾਂਦੇ ਹਾਂ ਜਲਦਬਾਜ਼ੀ 'ਚ, ਕੋਈ ਨਾ ਜਾਣੈ, ਕੋਈ ਨਾ ਜਾਣੈ। ਤੁਹਾਡੇ ਗਤਮਿਤ, ਤੁਹਾਡਾ ਅੰਤ ਕੋਈ ਨਹੀਂ ਜਾਣ ਸਕਦਾ, ਤੁਸੀਂ ਜਾਣਦੇ ਹੋ। ਤੁਸੀਂ ਵੱਡੀ ਹੋ ਵੱਡਾ ਅਪਾਰ ਤੇਰਾ ਮਰਤਬਾ, ਵੱਡੇ ਹੋ। ਊਚ ਅਪਾਰ ਬੇਅੰਤ ਸੁਆਮੀ ਕੌਣ ਜਾਣੈ ਗੁਣ ਤੇਰੇ। ਉੱਚੇ ਤੇ ਉੱਚਾ ਭਗਵੰਤ, ਤੁਸੀਂ ਭਗਵਾਨ ਵੱਡੇ ਉੱਚੇ ਤੇ ਉੱਚੇ ਹੋ ਜੀ। ਸਗਲ ਸਮਗਰੀ ਤੁਮਰੈ ਸੂਤਰ ਧਾਰੀ, ਤੁਮ ਤੇ ਹੋਏ ਸੁਆਗਿਆਕਾਰੀ। ਸਾਰੀ ਸਮਗਰੀ ਤੁਹਾਡੀ ਹੈ ਅਤੇ ਤੁਹਾਡੇ ਹੀ ਸੂਤ ਦੇ ਵਿੱਚ ਧਾਗੇ 'ਚ ਪਰੋਈ ਹੋਈ ਹੈ। ਜਿਵੇਂ ਇੱਕ ਮਣਕਿਆਂ ਦੀ ਮਾਲਾ ਧਾਗੇ ਵਿੱਚ ਪਰੋਈ ਹੁੰਦੀ ਹੈ, ਸਾਰੀ ਸ੍ਰਿਸ਼ਟੀ ਤੁਹਾਡੇ ਹੀ ਸੂਤਰ ਕਹਿੰਦੇ ਧਾਗੇ ਦੇ ਵਿੱਚ ਧਾਰੀ ਹੋਈ ਹੈ। ਕੋਈ ਵੀ ਮਣਕਾ ਤੁਹਾਡੇ ਹੁਕਮ ਤੋਂ ਬਾਹਰ ਨਹੀਂ ਹੈ। ਤੁਮ ਤੇ ਹੋਏ ਸੋ ਨਹੀਂ ਪੜਦਾ, ਸੁਆਗਿਆਕਾਰੀ। ਤੁਹਾਡੀ ਕਿਰਪਾ, ਤੁਹਾਡੀ ਆਗਿਆ ਦੇ ਅੰਦਰ ਸਾਰੇ ਤੁਰਦੇ ਨੇ। ਤੁਮਰੀ ਗਤਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ। ਤੁਹਾਡੀ ਗਤਮਿਤ ਤੁਸੀਂ ਜਾਣ ਸਕਦੇ ਹੋ। ਸਿਰਫ ਔਰ ਸਿਰਫ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਕਹਿੰਦੇ ਆ, ਅਸੀਂ ਤੁਹਾਡੇ ਅੱਗੇ ਕੁਰਬਾਨ ਹੀ ਹੋ ਸਕਦੇ ਹਾਂ। ਨਾਨਕ ਦਾਸ ਸਦਾ ਕੁਰਬਾਨੀ। ਕੁਰਬਾਨ ਹੋਣ ਤੋਂ ਬਿਨਾਂ ਇਸ ਮਨੁੱਖ ਦੇ ਪੱਲੇ ਕੁਛ ਵੀ ਨਹੀਂ ਹੈ। ਭਾਵੇਂ ਮਹਾਮਾਰੀ ਦਾ ਰੋਗ ਹੋਏ ਅਤੇ ਭਾਵੇਂ ਖੁਸ਼ੀਆਂ ਸਦ ਚਾਉ ਹੋਏ, ਸਿਰਫ ਔਰ ਸਿਰਫ ਇਹ ਤੁਮ ਤੇ ਹੋਏ ਸੁ ਆਗਿਆਕਾਰੀ। ਆਗਿਆ ਤੁਮਰੀ ਮੀਠੀ ਲਾਗੈ, ਕੀਹੋ ਤੁਹਾਰੋ ਭਾਵੈ। ਇਹ ਵਾਲੀ ਜਿਹੜੀ ਬਖਸ਼ਿਸ਼ ਹੈ, ਇਹ ਕਿਸੇ ਵਿਰਲੇ ਹੀ ਭਗਤ ਦੇ ਅੰਦਰ ਪੈਦਾ ਹੁੰਦੀ ਹੈ। ਸਤਿਗੁਰ ਜੀ ਬਖਸ਼ਿਸ਼ ਕਰਨ, ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ। ਆਪ ਅਣਜਾਣ ਬੱਚੇ ਸਮਝ ਕੇ ਬਖਸ਼ ਦੇਣਾ ਜੀ। ਫਤਿਹ ਬੁਲਾਓ ਜੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।